ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਓੰ ਪ੍ਰੈ ਪ੍ਰੀਤ ਚੀਤ ਪਹਿਲਰੀਆ। ਜੋ ਤਉ ਬਚਨ ਦਿਓ ਮੇਰੇ ਸਤਿਗੁਰਾ। ਤਉ ਮੈਂ ਸਾਜ ਸੀਗਰੀਆ। ਓੰ ਪ੍ਰੈ ਪ੍ਰੀਤ ਚੀਤ ਪਹਿਲਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੀ ਰਚਨਾਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਓਮ ਪ੍ਰੈ ਪ੍ਰੀਤ ਚੀਤ ਪਹਿਲਰੀਆ। ਮੇਰੇ ਚਿੱਤ ਵਿੱਚ ਉਹ ਮੰਗਲ ਰੂਪ ਪ੍ਰਿਯ ਪਿਆਰੇ ਪਰਮੇਸ਼ਰ ਦੀ ਪ੍ਰੀਤੀ ਪਹਿਲਾ ਆਤੋਂ ਪਾ ਮਾਤਾ ਦਾ ਜੋ ਗਰਭ ਹੈ ਉਹਦੇ ਵਾਲੀ ਹੀ ਵਸੀ ਹੋਈ ਹੈ। ਜੋ ਤਉ ਬਚਨ ਦਿਓ ਮੇਰੇ ਸਤਿਗੁਰਾ। ਪਰਮੇਸ਼ਰ ਜੋ ਤੇਰੀ ਪ੍ਰਾਪਤੀ ਵਾਲਾ ਮੇਰੇ ਸਤਿਗੁਰਾਂ ਨੇ ਮੈਨੂੰ ਉਪਦੇਸ਼ ਦਿੱਤਾ ਹੈ। ਤਉ ਮੈਂ ਸਾਜ ਸੀਗਰੀਆ। ਜਦ ਇਹ ਮੈਂ ਹਿਰਦੇ ਵਿੱਚ ਵਸਾ ਲਿਆ ਤਦੋਂ ਮੈਂ ਭਾਣਾ ਮੰਨਣਾ ਸਿਮਰਨ ਕਰਨਾ ਧਰਮ ਦੀ ਕਿਰਤ ਕਰਨੀ ਆਦਿਕ ਸਾਧਨਾ ਰੂਪ ਸਾਜਾਂ ਨੂੰ ਸ਼ਿੰਗਾਰਨਾ ਕੀਤਾ। ਜਾਂ ਵੈਰਾਗ ਵਿਵੇਕ ਖੜ ਸਮਝੀ ਮੋਖਿਸ਼ਾ ਜਾਂ ਸ਼੍ਰਵਣ ਮੰਨਣ ਨਿਧਿਹਾਸਨ ਤਤ ਤਵੰ ਦਾ ਸੰਸ਼ੋਧਨ ਆਦਿਕ ਸਾਜਾਂ ਨੂੰ ਸ਼ਿੰਗਾਰਿਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਹਮ ਭੁੱਲ ਹੈ ਤੁਮ ਸਦਾ ਭੁੱਲਾ। ਇਹ ਪਰਮੇਸ਼ਰ ਅਸੀਂ ਜੀਵ ਹਮਤਾ ਮਮਤਾ ਦੀ ਬਲ ਕਰਕੇ ਤੇਰੇ ਸਰੂਪ ਨੂੰ ਭੁੱਲ ਜਾਂਦੇ ਹਾਂ ਪਰ ਤੁਸੀਂ ਹਮੇਸ਼ਾ ਭੁੱਲਣ ਤੋਂ ਰਹਿਤ ਹੋ। ਹਮ ਪਤਤ ਤੁਮ ਪਤਤ ਉਧਰੀਆ। ਅਸੀਂ ਜੀਵ ਪਾਪ ਕਰਮਾਂ ਕਰਕੇ
ਪਾਪੀ ਹਾਂ ਜਾਂ ਧਰਮ ਕਰਮ ਤੋਂ ਡਿੱਗ ਜਾਂਦੇ ਆ, ਪਰ ਤੁਸੀਂ ਪਾਪੀ ਪੁਰਖਾਂ ਦਾ ਉਧਾਰ ਕਰਨ ਵਾਲੇ ਹੋ ਜੀ। ਹਮ ਨੀਚ ਬਿਰਖਾਏ ਤੁਮ ਮੈਂ ਲਾਗਰ। ਅਸੀਂ ਜੀਵ ਨੀਵੇਂ ਅਰਿੰਡ ਵ੍ਰਿਕਸ਼ ਦੀ ਤਰ੍ਹਾਂ ਹੈ। ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੀ ਵਾਸਾ ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸ। ਇਸੇ ਤਰ੍ਹਾਂ ਹਮ ਮੁਖਤੂਲ ਤੁਮ ਸਪੇਦ ਸਪੀਅਲ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁ ਮਖੀਰਾ। ਜਾਤੀ ਓਸ਼ਾ पाती उषा ओछा जन्म हमारा, तुम शरणागत राजा रामचंद्र कह रविदास चमारा। ये महाराज ਅਸੀਂ ਤਾਂ ਤੁਸੀਂ ਬਾਮਣ ਚੰਦਨ ਦੀ ਤਰ੍ਹਾਂ ਹੋ, ਪਰ ਤੁਹਾਡੇ ਨਾਲ ਰਹਿਣ ਦੇ ਨਾਲ, ਤੁਹਾਡੇ ਚਰਨਾਂ ਵਿੱਚ ਵਸਣ ਦੇ ਨਾਲ ਸਾਡੇ ਵਿੱਚ ਵੀ ਭਗਤੀ ਰੂਪ ਸੁਗੰਧੀ ਪ੍ਰਵੇਸ਼ ਕਰ ਗਈ ਹੈ। ਉਹ ਸੁਗੰਧੀ ਆਪ ਜੀ ਦੀ ਹੋਈ ਹੈ। ਤੁਸੀਂ ਬਾਮਣ ਚੰਦਨ ਦੀ ਤਰ੍ਹਾਂ ਹੋ, ਨੀਵੇਂ ਅਰਿੰਡ ਬ੍ਰਿਕਸ਼ ਦੀ ਤਰ੍ਹਾਂ ਹੈ। ਲਾਜ ਸੰਗ ਸੰਗ ਬਸਰੀਆ। ਜਿਵੇਂ ਬਾਮਣ ਚੰਦਨ ਨੂੰ ਆਪਣੇ ਸਾਥ ਦੀ ਲੱਜਿਆ ਹੁੰਦੀ ਹੈ, ਤਿਵੇਂ ਹੀ ਪਰਮੇਸ਼ਰ ਜੀਵਾਂ ਦੀ ਤੇਰੇ ਨਾਲ ਵਸਣ ਦੀ ਤੈਨੂੰ ਆਪ ਹੀ ਲੱਜਿਆ ਹੈ। ਇਸੇ ਪ੍ਰਕਾਰ ਹਮ ਨੀਚ ਬਿਰਖ ਤੁਮ ਮੈਂ ਲਾਗਰ। ਜਿਵੇਂ ਨੀਵੇਂ ਸੁਭਾਅ ਵਾਲੇ ਆ ਜਾਂ ਅਰਿੰਡ ਦੀ ਤਰ੍ਹਾਂ, ਕੌੜੇ ਸੁਭਾਅ ਵਾਲੇ, ਵਿਸ਼ਿਆਂ ਦੀ ਕੁੜੱਤਨਤਾ ਵਾਲੇ ਅਤੇ ਸਿਮਲ ਰੁਖਮਾਂ ਵੱਢ ਪੁਣੇ ਵਾਲੇ ਹੰਕਾਰੀ ਹਾਂ ਅਤੇ ਗਿਆਨ ਰੂਪੀ ਰਹਿਤ ਹਾਂ। ਲਾਜ ਸੰਗ ਸੰਗ ਬਸਰੀਆ। ਜਿਵੇਂ ਚੰਦਨ ਆਪਣੇ ਨਾਲ ਖੜੇ ਦੀ ਲੱਜਾ ਰੱਖਦਾ ਹੋਇਆ, ਉਹ ਹੀ ਪਰਮੇਸ਼ਰ ਤੁਹਾਨੂੰ ਹੀ ਲੱਜਿਆ ਹੈ। ਸਾਨੂੰ ਵੀ ਤੇਰੀ ਪ੍ਰਾਪਤੀ ਵਾਲੀ ਸੰਗਤ ਦੇ ਨਾਲ ਵਸਣ ਵਾਲਾ ਜਾਣ ਕੇ ਮੁਕਤ ਕਰ ਦੇਣਾ ਕਰੋ ਜੀ, ਲੈਣਾ ਕਰੋ। ਤੁਮ ਗੰਭੀਰ ਧੀਰ ਉਪਕਾਰੀ। ਇਹ ਪਰਮੇਸ਼ਰ ਤੁਸੀਂ ਡੂੰਘੇ ਧੀਰਜਤਾ ਵਾਲੇ ਅਤੇ ਉਪਕਾਰ ਕਰਨ ਵਾਲੇ ਹੋ। ਹਮ ਕਿਆ ਬਪਰੇ ਜੰਤਰੀਆ। ਅਤੇ ਅਸੀਂ ਵਿਚਾਰੇ ਤੁਸ਼ ਜੀਵ ਤੇਰੇ ਬਰਾਬਰ ਭਲਾ ਕੀਆਂ, ਭਾਵ ਕੁਝ ਵੀ ਨਹੀਂ ਹੈ। ਗੁਰ ਕਿਰਪਾਲ ਨਾਨਕ ਹਰ ਮਿਲਿਓ। ਸਤਿਗੁਰੂ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ ਪਰਮੇਸ਼ਰ, ਜਦ ਅਸਾਂ ਜੀਵਾਂ ਦੇ ਸਤਿਗੁਰੂ ਸਾਹਿਬ ਜੀ ਮਿਹਰਬਾਨ ਹੋਏ ਤਾਂ ਸੁਖ ਸੇ ਜਰੀਆ। ਅਤੇ ਤਦ ਹੀ ਸਾਡੀ ਅੰਤःਕਰਨ ਸੁਖ ਦੇ ਸਹਿਤ ਹੋਈ ਹੈ। ਸਾਰਗ ਮਹੱਲਾ ਪੰਜਵਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਣ ਵਾਲੇ ਦਿਨ ਨੂੰ ਸਫਲਾ ਸਮਝਦੇ ਹੋਏ ਮਨ ਨੂੰ ਸੰਬੋਧਨ ਕਰਦਿਆਂ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਾਨਿਓ ਇਹ ਦਿਨ ਧਨ ਪਰਵਾਨਾ। ਇਹ ਮਨ ਉਹ ਦਿਨ ਧਨਤਾ ਦੇ ਯੋਗ ਅਤੇ ਪ੍ਰਮਾਣਿਕ ਹੈ। ਸਭ ਲੋਕ ਸੁਹਾਵੇ। ਉਹ ਘੜੀ ਵੀ ਸਫਲੀ ਹੈ ਜਦ ਗੁਰਾਂ ਦੀ ਦਰਸ਼ਨ, ਉਹ ਸੰਜੋਗ ਮਿਲਾਪ ਦਾ ਸਮਾਂ ਵੀ ਸ਼ੋਭਨੀਕ ਹੈ ਜਦ ਗੁਰਾਂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ।
ਸਤਿਗੁਰ ਸੰਗ ਗਿਆਨਾ ਜਦ ਸਤਿਗੁਰਾਂ ਦੀ ਸੰਗਤ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਉਹ ਸਮਾਂ ਵੀ ਸਫਲਾ ਹੈ। ਧੰਨ ਸੁਹੀਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚਤੇਰੇ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਧੰਨ ਸੁਭਾਗਾ ਧੰਨ ਸੁਹਾਗਾ। ਇਹ ਪਰਮੇਸ਼ਰ ਉਹਨਾਂ ਗੁਰਮੁਖ ਜਨਾਂ ਦਾ ਸੁਭਾਗ ਸ੍ਰੇਸ਼ਟ ਕਰਮ, ਨਿਸ਼ਕਾਮ ਕਰਮ, ਧਨਤਾ ਦੀ ਯੋਗ ਹੈ। ਤੇਰੀ ਪ੍ਰਾਪਤੀ ਦਾ ਸੁਹਾਗਾ ਆਨੰਦ ਵੀ ਧਨਤਾ ਦੀ ਯੋਗ ਹੈ। ਧੰਨ ਦੇਤ ਜਿਨ ਮਨ ਧਨਤਾ ਦੀ ਯੋਗ ਗੁਰਾਂ ਦਾ, ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਉਪਦੇਸ਼ ਮੰਨਿਆ, ਜਾਂ ਧਨ ਦਾ ਯੋਗ ਗੁਰਾਂ ਨੇ, ਜਿਨ੍ਹਾਂ ਨੂੰ ਤੇਰੇ ਸਰੂਪ ਦੀ ਸਖਿਆਤ ਦਾ ਮਨ ਸਤਿਕਾਰ ਦੇਤ ਦੇਣਾ ਕੀਤਾ ਹੈ। ਅਤੇ ਇਹੋ ਧਨ ਤੁਮਰਾ ਸਭ ਗ੍ਰਹਿ ਧਨ। ਇਹ ਵੀ ਤੇਰੇ ਹੀ ਨੇ, ਸਭ ਤੇਰਾ ਹੀ ਹੈ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਕੈ ਨਿਰਗੁਣ ਉਗੈ ਸਰਗੁਣ, ਏਲ ਕਰਤ ਵਿੱਚ ਸੁਆਮੀ ਮੇਰਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਸਾਰਾ ਜੋ ਗ੍ਰਹਿ ਘਰ ਅਤੇ ਧਨ ਪਦਾਰਥ, ਇਹ ਵੀ ਤੇਰਾ ਹੀ ਹੈ। ਅਤੇ ਅਸੀਂ ਆਪਣਾ ਹਿਰਦਾ ਵੀ ਤੇਰੇ ਉੱਪਰੋਂ ਬਲਿਹਾਰ ਕਰਦੇ ਹਾਂ। हे ਪਰਮੇਸ਼ਰ ਅਕਾਲ ਪੁਰਖ ਜੀ, ਇਕਾ ਨਿਮਖ ਪੇਖ ਦ੍ਰਿਸ਼ਟਾਨਾ। ਵੱਲ ਤੂੰ ਵੇਖਣਾ ਕੀਤਾ ਹੈ। ਉਹਨਾਂ ਨੇ ਲੱਖਾਂ ਤੇ ਕਰੋੜਾਂ ਰਾਜ ਪਦਾਰਥਾਂ ਦੇ ਸੁੱਖ ਨੂੰ ਪਾਉਣਾ ਕੀਤਾ ਹੈ। ਇਸ ਪਾਏ ਉਹੀ ਕਰੋੜਾਂ ਖਜ਼ਾਨਿਆਂ ਦਾ ਮਾਲਕ ਹੈ, ਉਹੀ ਲੱਖਾਂ ਫੌਜਾਂ ਦਾ ਮਾਲਕ ਹੈ, ਅਤੇ ਉਸਨੇ ਹੀ ਲੱਖਾਂ ਦੇਸ਼ਾਂ ਦੇ ਰਾਜ ਦੇ ਸੁੱਖ ਨੂੰ ਪਾਉਣਾ ਕੀਤਾ ਹੈ। ਇਕਾ ਨਿਮਖ ਪੇਖ ਦ੍ਰਿਸ਼ਟਾਨਾ। ਜਿਨ੍ਹਾਂ ਦੇ ਵੱਲ ਤੂੰ ਇੱਕ ਅੱਖ ਦੇ ਖੋਲ੍ਹਣ ਦੇ ਬੰਦ ਕਰਨ ਜਿੰਨੇ ਸਮੇਂ 'ਚ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਣਾ ਕੀਤਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਜੋ ਕਹੋ ਮੁਖ ਹੋ ਸੇਵਕ ਇਹ ਬੈਸੀਐ। ਇਹ ਪਰਮੇਸ਼ਰ ਜਦੋਂ ਤੂੰ ਉੱਥੇ ਆ ਕੇ ਬੈਠਣਾ ਕਰ, ਭਾਵ ਤੂੰ ਆਦਰ ਦੇਣਾ ਕਰੇ, ਤਾਂ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਸੁਖ ਨਾਨਕ ਅੰਤ ਨਾ ਜਾਣਾ। ਉਸ ਸੁਖ ਦਾ ਅੰਤ ਅਖੀਰ ਨਹੀਂ ਜਾਣਿਆ ਜਾ ਸਕਦਾ। ਜਾਂ ਇਸੇ ਪ੍ਰਕਾਰ ਜੋ ਕਹੋ ਮੁਖ ਹੋ ਸੇਵਕ ਇਹ ਬੈਸੀਐ। ਜਦੋਂ ਤੂੰ ਮੁਖੋਂ ਕਹਿਣਾ ਕਰੇ ਕਿ ਹੇ ਸੇਵਕ, ਤੂੰ ਸਾਡੇ ਇਸ ਅਧਿਸ਼ਠਾਨ ਸਰੂਪ ਰੂਪ ਸਿੰਘਾਸਨ ਉੱਤੇ ਆ ਕੇ ਬੈਠਣਾ ਕਰ, ਭਾਵ ਸਾਡੇ ਵਿੱਚ ਏਕਤਾ ਪਾਉਣਾ ਕਰ, ਤਾਂ ਉਸ ਜੀਵ ਈਸ਼ ਦੀ ਏਕਤਾ ਦੇ। ਸੁਖ ਨਾਨਕ ਅੰਤ ਨਾ ਜਾਣਾ। ਸੁਖ ਆਨੰਦ ਦਾ ਅੰਤ ਨਹੀਂ ਜਾਣਿਆ ਜਾ ਸਕਦਾ, ਕਿਤਨਾ ਆਨੰਦ ਹੈ। ਸਾਰਗ ਮਹੱਲਾ ਪੰਜਵਾ।
ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਅਬ ਮੋਰੋ ਸੈਸਾ ਦੁਖ ਗਿਆ। ਇਹ ਸੰਤ ਜਨੋ ਹੁਣ ਮੇਰਾ ਜੰਮਣ ਮਰਨ ਦੇ ਦੇਣ ਵਾਲਾ ਸਹਿਸਾ ਸੰਸਾ ਅਤੀ ਅਗਿਆਨ ਦਾ ਜੋ ਦੁੱਖ ਸੀਗਾ ਉਹ ਚਲਿਆ ਗਿਆ ਹੈ। ਔਰ ਉਪਾਵ ਸਗਲ ਤਿਆਗ ਛੋੜੇ। ਹੋਰ ਯੋਗਾ ਅਭਿਆਸ ਕਰਨਾ ਕਰਮ ਕਾਂਡ ਕਰਨਾ ਇਤਿਆਦਿਕ ਸਾਰੀ ਯਤਨ ਤਿਆਗਣੇ ਯੋਗ ਜਾਣ ਕੇ ਅਸਾਂ ਨੇ ਛੱਡ ਦਿੱਤੇ ਹਨ। ਸਤਿਗੁਰ ਸਰਣ ਪਿਆ। ਅਤੇ ਮੈਂ ਇੱਕ ਸਤਿਗੁਰੂ ਸੱਚੇ ਗੁਰੂ ਦੀ ਓਟ ਦੇ ਵਿੱਚ ਪਿਆ ਹਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਰਬ ਸਿੱਧ ਕਾਰਜ ਸਭ ਸਵਰੇ। ਸਾਰੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਨੇ, ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਨੇ ਅਤੇ ਸਾਰੇ ਪਰਮਾਰਥ ਅਤੇ ਵਿਵਹਾਰਕ ਕਾਰਜ ਕੰਮ ਸਮਰ ਗਏ ਹਨ। ਅਹੰ ਰੋਗ ਸਗਲ ਹੀ ਖਿਆ। ਔਰ ਹਉਮੈ ਰੂਪ ਰੋਗ ਵੀ ਸਾਰਾ ਹੀ ਖਿਆ ਨਾਸ਼ ਹੋ ਗਿਆ ਹੈ। ਕੋਟ ਪਰਾਦ ਖਿਨ ਮਹ ਖਾਓ ਭਈ ਹੈ। ਤਦ ਕਰੋੜਾਂ ਜਨਮਾਂ ਦੇ ਗੁਨਾਹਾਂ ਦੀ ਗੁਰਾਂ ਦੇ ਦਰਸ਼ਨ ਕਰਕੇ ਇੱਕ ਛਿਣ ਦੇ ਵਿੱਚ ਨਾਸ਼ਵਾਨ ਦਾ ਨਿਵਰਤੀ ਹੋਈ ਹੈ। ਗੁਰ ਮਿਲ ਹਰ ਹਰ ਕਹਿਆ। ਜਦੋਂ ਗੁਰਾਂ ਦੇ ਨਾਲ ਮਿਲਾਪ ਕਰਕੇ ਹਰੀ ਭਰੀ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਵਾਰ-ਵਾਰ ਕਹਿਣਾ ਕੀਤਾ, ਉਚਾਰਨਾ ਕੀਤਾ। ਪੰਚ ਦਾਸ ਗੁਰ ਵਸਗਤ ਕੀਨੇ। ਜਿਨ੍ਹਾਂ ਨੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੋ ਸੇਵਕ ਬਣਾਇਆ ਹੋਇਆ ਸੀ, ਜਿਨ੍ਹਾਂ ਪੰਜਾਂ ਵਿਕਾਰਾਂ ਨੇ ਉਹ ਸਤਿਗੁਰਾਂ ਨੇ ਅਧੀਨ ਕਰ ਦਿੱਤੇ ਹਨ। ਜਾਂ ਪੰਜੇ ਕਾਮ ਕ੍ਰੋਧ ਆਦਿਕ ਦੇ 10 ਇੰਦਰੀਆਂ, 5 ਕਰਮ ਤੇ 5 ਗਿਆਨ ਇੰਦਰੀ ਦੀ ਗੁਰਾਂ ਨੇ ਵਸਗਤ ਚਾਲ ਵਸ ਵਿੱਚ ਕਰ ਦਿੱਤੀ ਹੈ। ਮਨ ਨਿਹਚਲ ਨਿਰਭਇਆ। ਹੁਣ ਜੋ ਮਨ ਚਿੱਤ ਸੀਗਾ ਉਹ ਅਚਲ ਸਰੂਪ ਦੇ ਵਿੱਚ ਸਥਿਤ ਹੋ ਕੇ ਨਿਰਭਉ ਹੋ ਗਿਆ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ। ਆਏ ਨਾ ਜਾਵੈ ਨਾ ਕਤਹੀਂ ਡੋਲੈ। ਮੇਰਾ ਅਧਿਕਾਰੀ ਦਾ ਚਿੱਤ ਸਰੂਪ ਦੇ ਵਿੱਚ ਲੀਨ ਹੋਣ ਕਰਕੇ ਨਾ ਤਾਂ ਆਉਂਦਾ ਹੈ ਅਤੇ ਨਾ ਹੀ ਕਿਤੇ ਬ੍ਰਹਮ ਲੋਕ ਸਵਰਗ ਲੋਕ ਆਦਿਕ ਦੇ ਪਦਾਰਥਾਂ ਦੇ ਵਿੱਚ ਸੋ ਜਾਂਦਾ ਹੈ, ਡੋਲਦਾ ਨਹੀਂ ਹੈ। ਭਾਵ ਦੁਨੀਆ ਦੇ ਸੁੱਖ ਦੇਖ ਕੇ ਮਨ ਭਟਕਦਾ ਨਹੀਂ ਹੈ। ਡਿੱਗੇ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਥਿਰ ਨਾਨਕ ਰਾਜਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮਨ ਐਸੇ ਸਰੂਪਾਨੰਦ ਰੂਪ ਰਾਜ ਵਿੱਚ ਅਸਥਿਤ ਹੋ ਗਿਆ ਹੈ। ਜਾਂ ਗੁਰਾਂ ਨੇ ਸਰੂਪਾਨੰਦ ਰੂਪ ਰਾਜ ਹਿਰਦੇ ਵਿੱਚ ਸਥਿਤ ਕਰ ਦਿੱਤਾ, ਟਿਕਾ ਦਿੱਤਾ ਹੈ। ਜਾਂ ਰਜਈਆ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਚਿੱਤ ਅਸਥਿਤ ਹੋ ਗਿਆ ਹੈ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪ੍ਰਭ ਮੇਰੋ ਜੋ ਮੇਰਾ ਪਰਮੇਸ਼ਰ ਹੈ
ਇਤਿ ਉਤ ਸਦਾ ਸਹਾਈ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਹਮੇਸ਼ਾ ਸਹਾਇਕ ਹੈ। ਐਸੋ ਸਹਾਈ ਹਰ ਕੋ ਨਾਮ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੇ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ। ਸਹਾਇਤਾ ਕਰਨ ਵਾਲਾ ਜਿੱਥੇ ਮਾਂ ਪਿਓ ਦੀ ਵੀ ਪਹੁੰਚ ਨਹੀਂ, ਆਪ ਦਾ ਵੀ ਕੋਈ ਯਤਨ ਨਹੀਂ, ਇਸ ਲਈ ਉਸ ਨੂੰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾਂ ਦਾ ਵੀ ਸਾਹੋ। ਸੱਜਣ ਦੀ ਸੱਚਾ ਪਾਤਸ਼ਾਹ ਆਖਿਆ ਹੈ ਜਿਹੜਾ ਔਖੀ ਵੇਲੇ ਸਹਾਇਤਾ ਕਰਦਾ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹਾਥ ਦੀ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਮਨ ਮੋਹਨ ਮੇਰੇ ਜੀ ਕੋ ਪਿਆਰੋ। ਭਗਤਾਂ ਦੇ ਜਾਂ ਮੇਰੇ ਮਨ ਨੂੰ ਮੋਹਿਤ ਕਰਨ ਵਾਲਾ ਪਰਮੇਸ਼ਰ ਮੇਰੇ ਹਿਰਦੇ ਦਾ ਅਤੀ ਪਿਆਰਾ ਹੈ। ਕਵਨ ਕਹਾ ਗੁਣ ਗਾਈ। ਮੈਂ ਪਰਮੇਸ਼ਰ ਦੇ ਕਿਹੜੇ ਕਿਹੜੇ ਗੁਣਾਂ ਨੂੰ ਗਾ ਕੇ ਕਹਿਣਾ ਕਰਾਂ, ਕਿਉਂਕਿ ਪਰਮੇਸ਼ਰ ਦੇ ਬੇਅੰਤ ਗੁਣ ਹਨ, ਕਹੇ ਨਹੀਂ ਜਾ ਸਕਦੇ। ਤੇਰੇ ਕਾਮਣ ਕਾਮਣ ਗੁਣ ਕਹਿ ਕੇ ਗਾਵਾਂ, ਤੋ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਖੇਲ ਖਿਲਾਏ ਲਾਡ ਲੜਾਵਾ। ਪ੍ਰੇਮ ਦੀ ਖੇਡ ਖਿਡਾਉਂਦਾ ਹੈ, ਬ੍ਰਹਮਾਨੰਦ ਰੂਪ ਲਾਡ ਲੜਾਉਂਦਾ ਹੈ। ਸਦਾ ਸਦਾ ਅਨਦਾਈ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ। ਪੂਲੇ ਚੁੱਕੇ ਬਾਰਕ ਤੂੰ ਗੁਰ ਪਿਤਾ ਮਾਇਆ, ਅਤੇ ਸਦਾ ਸਦਾ ਸੁਖ ਸਰੂਪ ਜਾਂਜੀ ਵਿਸ਼ ਦੀ ਇਕਤਾ ਦਾ ਆਨੰਦ ਦੇਣ ਵਾਲਾ ਹੈ। ਜਾਂ ਤਾਈ ਦਵੈਤ ਤੋਂ ਅਨਰਹਿਤ ਕਰਕੇ ਅਦਵੈਤ ਪਦ ਵਿੱਚ ਲੀਨਤਾ ਕਰਾ ਕੇ ਸਦਾ ਸਦਾ ਸਵੈ ਪ੍ਰਕਾਸ਼ ਰੂਪ ਦਾ ਆਨੰਦ ਆਦਿਕ ਬਖਸ਼ ਦਿੰਦਾ ਹੈ। ਪ੍ਰਤਪਾਲੈ ਬਾਰਕ ਕੀ ਨਿਆਈ। ਸਾਧ ਸੰਗਤ ਜੀਓ, ਬੱਚੇ ਦੀ ਤਰ੍ਹਾਂ ਪਰਮੇਸ਼ਰ ਸਾਡੀ ਪ੍ਰਤਪਾਲਨਾ ਕਰਨੇ ਵਾਲਾ ਹੈ। ਪ੍ਰਤ ਨਾਮ ਤਾਈ, ਸਾਡੇ ਤਾਈ ਪਾਲਣਾ ਕਰਦਾ ਹੈ। ਜੈਸੇ ਮਾਤ ਪਿਤਾਈ। ਮਾਂ ਦਾ ਪਤਾ ਨਹੀਂ ਕਿੱਥੇ ਹੈ, ਪਿਓ ਪਤਾ ਨਹੀਂ ਕਿੱਥੇ ਹੈ, ਪਰ ਪਰਮੇਸ਼ਰ ਤਾਂ ਸਦਾ ਅੰਗ ਸੰਗੀ ਭੰਗੰਗ ਬਿਗ ਬੂਤੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ, ਭਾਏ ਨਾ ਸਾਕੈ ਜਾਲੇ। ਇਉਂ ਮਹਾਰਾਜ ਦਾ ਅੰਗ ਸੰਗ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਪਾਲਣਾ ਕਰਦੇ ਨੇ, ਇੰਜ ਵਾਹਿਗੁਰੂ ਹੀ ਸਾਡਾ ਗੁਰੂ ਹੀ ਸਾਡੇ ਤਾਈਂ ਪਾਲਣਾ ਕਰਨੇ ਵਾਲਾ ਹੈ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ठाकुर प्रतपालक नायक खसम हमारे, निमख निमख तुम ही प्रतिपालो हो हम बारक तुमरे तारे। जिहवा एक कमन गुण कहिए बेसुमार बेअंत स्वामी तेरो अंत न के नहीं लहिए। तिस बिना निमख नहीं रह सकिया। तिस प्यारे प्रभु तो बिना ਅੱਖ ਦੇ ਝਮਕਣ ਜਿੰਨੇ ਸਮੇਂ ਲਈ ਵੀ ਨਹੀਂ ਰਹਿ ਸਕੀਦਾ। ਵਿਸਰੈ ਨਾ ਕਬਹੂ ਜਾਈ। ਸੋ ਜੋ ਪਰਮੇਸ਼ਰ ਹੈ ਉਹ ਕਦੇ ਵੀ ਮੈਨੂੰ ਭੁੱਲ ਨਹੀਂ ਜਾਂਦਾ। ਸੋ ਕਿਉ ਬਿਸਰੈ ਜੇ ਘਾਲ ਨਾ ਪਾਨੈ, ਸੋ ਕਿਉ ਬਿਸਰੈ ਜੇ ਕੀਆ ਜਾਨੈ, ਸੋ ਕਿਉ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਜਿਨੇ ਸਾਨੂੰ ਜੀਵਨ ਦਾਨ ਦਿੱਤਾ ਉਹ ਭਲਾ ਕਿਉਂ ਭੁੱਲੇ ਜੀ।
ਉੱਚੀ ਬੋਲ ਕੇ ਕਹਿ ਦੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸੋ ਕਿਉ ਵਿਸਰੈ ਜੀ ਅਗਨ ਮੈਂ ਰੱਖੈ। ਜਨਮ ਤੋਂ ਪਹਿਲਾਂ ਮਾਤਾ ਦੀ ਉਦਰ ਦੀ ਜਠਰਾਗਣੀ ਤੋਂ ਰੱਖਿਆ ਕੀਤੀ। ਹੁਣ ਵੀ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਰੂਪੀ ਅੱਗ ਤੋਂ ਰੱਖ ਰਿਹਾ। ਸੋ ਕਿਉ ਵਿਸਰੈ ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ। ਸੋ ਕਿਉ ਵਿਸਰੈ ਜੀ ਬਿਖਤੇ ਕੱਢ ਹੈ। ਸੋ ਕਿਉ ਵਿਸਰੈ ਜੀ ਟੂਟਾ ਗੱਡ ਹੈ। ਸੋ ਕਿਉ ਵਿਸਰੈ ਜੀ ਨੇ ਸਭ ਕੁਛ ਦੀਆ। ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਕਿਉਂ ਭੁੱਲਣ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪਰੇ ਤੁਧ ਭਗਵੰਤ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਤਿਸ ਬਿਨ ਨਿਮਕ ਨਹੀਂ ਰਹਿ ਸਕੀ ਹੈ। ਇੱਕ ਨਿਮਕ ਮਾਤਰ ਥੋੜ੍ਹੇ ਜਿੰਨੇ ਸਮੇਂ ਵਿੱਚ ਵੀ ਮੈਂ ਮਹਾਰਾਜ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਬਹੁਤ ਉੱਚੀ ਅਵਸਥਾ ਹੈ। ਔਰ ਕਦੀ ਵੀ ਉਹ ਵਾਹਿਗੁਰੂ ਸਾਨੂੰ ਭੁੱਲ ਨਹੀਂ ਜਾਂਦਾ ਹੈ। ਇੱਕ ਨਿਮਕ ਜੇ ਵਿਸਰੈ ਜੈ ਸੁਆਮੀ, ਜਾਨੋ ਕੋਟ ਦਿਨਸ ਲੱਖ ਬਰੀ ਹੈ। ਇਉਂ ਜੇ ਇੱਕ ਨਿਮਕ ਮਾਤਰ ਵੀ ਭੁੱਲ ਜਾਂਦੇ ਜਾਵੇ ਤਾਂ ਕਰੋੜਾਂ ਲੱਖਾਂ ਦਿਨ ਮੈਂ ਸਮਝਦਾ ਕਿ ਬਤੀਤ ਹੋ ਗਏ ਹਨ। ਨਿਮਕ ਨਾ ਵਿਸਰੋ ਹੀਏ ਮੋਰੇ ਤੇ। ਇਸ ਲਈ ਮੇਰੀ ਇਹੀ ਅਰਦਾਸ ਹੈ ਕਿ ਮੇਰੇ ਹਿਰਦੇ ਵਿੱਚੋਂ ਇੱਕ ਨਿਮਕ ਮਾਤਰ ਵੀ ਨਾ ਭੁੱਲੋ ਜੀ। ਬਿਸਰਤ ਜਾਈ ਹੋ ਮਰਤ। ਮੈਂ ਆਪਦੇ ਨਾਮ ਭੁੱਲਣ ਤੋਂ ਇਉਂ ਮਰ ਜਾਂਦਾ ਜਿਉ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਭਾਵੈ। ਬੂੰਦ ਵਿਹੁਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਗੈ ਵਿਧਿਆ ਸਨਮੁਖ ਉਠਤਾਵੈ। ਭਵਰ ਲੋਭੀ ਕੁਸੁਮ ਬਾਸਕਾ ਮਿਲਾਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਜਿਵੇਂ ਮੱਛੀ ਪਾਣੀ ਤੋਂ ਬਗੈਰ ਮਰ ਜਾਂਦੀ ਹੈ, ਜਿਹੜਾ ਭੌਰਾ ਹੈ ਉਹਦਾ ਸੁਗੰਧੀ ਨਾਲ ਪ੍ਰੇਮ ਹੈ। ਇਉਂ ਜੀਵ ਵੱਖੋ ਵੱਖ ਵਿਸ਼ਿਆਂ ਦੇ ਅਧੀਨ ਹਨ। ਇਉਂ ਮਹਾਰਾਜ ਅਸੀਂ ਤਾਂ ਤੇਰੀ ਭਗਤੀ ਦੇ ਅਧੀਨ ਹਾਂ ਜੀ। ਕਹੁ ਨਾਨਕ ਮਿਲ ਸੰਤ ਸੰਗਤ ਤੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਸੰਗਤ ਨਾਲ ਮਿਲਣੇ ਕਰਕੇ ਮਗਨ ਭਈ ਲਿਵ ਲਾਈ। ਉਸ ਪਰਮੇਸ਼ਰ ਵਿੱਚ ਚਿੱਤ ਦੀ ਬਿਰਤੀ ਲਾ ਕੇ ਅਸੀਂ ਮਸਤ ਹੋ ਗਏ ਹਾਂ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਅਗਲਾ ਸ਼ਬਦ ਉਚਾਰ ਰਹੇ ਨੇ। ਆਪਣਾ ਮੀਤ ਸੁਆਮੀ ਗਾਈਐ। ਬਗਾਨੇ ਨੂੰ ਗਾਉਣ ਦਾ ਕੀ ਫਾਇਦਾ ਜੋ ਪਰਮੇਸ਼ਰ ਆਪਣਾ ਮਾਤਾ ਦੇ ਗਰਭ ਦਾ ਮਿੱਤਰ ਹੈ, ਇਸ ਲੋਕ ਦਾ ਸੁਆਮੀ ਮਾਲਕ ਅਤੇ ਪਰਲੋਕ ਦਾ ਰਾਖਾ ਹੈ। ਉਸ ਦੇ ਜਸ ਨੂੰ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਲਈ ਗਾਉਣਾ ਕਰੀਏ। ਆਸ ਨ ਅਵਰ ਕਹੂੰ ਕੀ ਕੀਜੈ। ਹੋਰ ਕਿਸੇ ਵੀ ਪੁਰਖ ਦੀ ਆਸਾ ਉਮੀਦ ਨਾ ਕਰੀਏ। ਸੁਖ ਦਾਤਾ ਪ੍ਰਭ ਧਿਆਈਐ। ਕੇਵਲ ਸੁੱਖਾਂ ਨੂੰ ਦੇਣ ਵਾਲੇ ਪਰਮੇਸ਼ਰ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਹੀ ਧਿਆਈਏ, ਆਰਾਧਨਾ ਕਰੀਏ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੁਖ ਮੰਗਲ ਕਲਿਆਣ ਜਿਸ ਹਕਾਰ। ਜਿਸ ਦੇ ਸਤਸੰਗਤ ਰੂਪੀ ਘਰ ਵਿੱਚ ਅਚੁੱਤ ਸੁਖ, ਆਤਮਿਕ ਆਨੰਦ ਅਤੇ ਮੁਕਤੀ ਆਦਿਕ ਸਭ ਕੁਝ ਪ੍ਰਾਪਤ ਹੁੰਦਾ ਹੈ। ਤਿਸ ਹੀ ਸਰਣੀ ਪਾਈਐ। ਇਸ ਪਰਮੇਸ਼ਰ ਦੀ ਹੀ ਨਿਸ਼ਚੈ ਕਰਕੇ ਓਟ ਦੇ ਵਿੱਚ ਆਪਣੇ ਆਪ ਨੂੰ ਪਾਉਣਾ ਕਰੀਏ। ਤਿਸੈ ਤਿਆਗ ਮਨੁੱਖ ਜੇ ਸੇਵਹੁ। ਇਸ ਪਰਮੇਸ਼ਰ ਨੂੰ ਛੱਡ ਕੇ ਜੇ ਕਿਸੇ
ਪੁਰਖ ਦੀ ਟਹਿਲ ਕਰੋਗੇ। ਤੌਲਾ ਜਲੋ ਨ ਹੋਏ ਜਾਈਐ। ਤਦ ਦੁਨਿਆਵੀ ਸਹਿਸ ਲੱਜਿਆ ਨਾਲ ਲੂਣ ਵਾਂਗ ਘੁਲ ਜਾਈਦਾ, ਖਰ ਜਾਈਦਾ। ਭਾਵ ਜੀਵਨ ਵਿੱਚ ਕੋਈ ਵੀ ਪਰਮਾਰਥ ਦਾ ਲਾਭ ਪ੍ਰਾਪਤ ਨਹੀਂ ਹੁੰਦਾ। ਜਿਵੇਂ ਪਾਣੀ 'ਚ ਲੂਣ ਗਲ ਜਾਂਦਾ, ਤਿਵੇਂ ਜੀਵ ਦਾ ਲੱਜਿਆ ਰੂਪੀ ਪਾਣੀ ਵਿੱਚ ਗਲਣਾ ਹੁੰਦਾ। ਤਿਵੇਂ ਸ਼ਰਮਿੰਦਗੀ ਰੂਪ ਪਾਣੀ ਵਿੱਚ ਲੂਣ ਦੀ ਤਰ੍ਹਾਂ ਘੁਲ ਕੇ ਆਪਣੇ ਆਪ ਦਾ ਅਭਾਵ ਕਰ ਲੈਣਾ ਚਾਹੀਦਾ ਹੈ। ਏਕ ਓਟ ਪਕੜੀ ਠਾਕੁਰ ਕੀ। ਮੈਂ ਤਾਂ ਇੱਕ ਸਵਾਮੀ ਪਰਮੇਸ਼ਰ ਦੀ ਹੀ ਟੇਕ ਓਟ ਪਕੜੀ ਹੈ। ਗੁਰ ਮਿਲ ਮਤ ਬੁੱਧ ਪਾਈਐ। ਅਤੇ ਗੁਰਾਂ ਨਾਲ ਮਿਲ ਕੇ ਮਤੀ ਦੇ ਅੰਦਰ ਬੋਧ ਵਾਲੀ ਬੁੱਧੀ ਪਾਉਣਾ ਕੀਤੀ ਹੈ। ਗੁਣ ਨਿਦਾਨ ਨਾਨਕ ਪ੍ਰਭ ਮਿਲਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਨੂੰ ਨਾਨਕ ਗਾਵੀਆ ਗੁਣੀ ਨਿਧਾਨ, ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਹੀ ਹੈ, ਸੋ ਮਿਲ ਗਿਆ ਹੈ। ਸਗਲ ਚੁਕੀ ਮਹਤਾਈਆ। ਜਿਸ ਕਰਕੇ ਹੋਰਨਾਂ ਦੀ ਸਾਰੀ ਮੁਤਾਜ਼ਗੀ ਨਿਵਰਤ ਹੋ ਗਈ ਹੈ। ਸਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਓਟ ਸਤਾਣੀ ਪ੍ਰਭ ਜੀਉ ਮੇਰਾ। ਇਹ ਮੇਰੇ ਪਰਮੇਸ਼ਰ ਜੀ, ਮੇਰੇ ਹਿਰਦੇ ਵਿੱਚ ਤੇਰੀ ਓਟ, ਤੇਰੀ ਟੇਕ ਸਹਿਤ ਵਿਵੇਕ ਰੂਪ ਬਲਦੇ ਹੈ। ਜਾਂ ਲੋਕ ਪਰਲੋਕ ਵਿੱਚ ਤੇਰੀ ਟੇਕ, ਤੇਰੀ ਓਟ ਬੜੀ ਸਤਾਣੀ ਸਹਿਤ ਬਲ ਵਾਲੀ ਹੈ। ਦ੍ਰਿਸ਼ਟ ਨਾ ਲਿਆਵੋ ਅਵਰ ਕਹੂੰ ਕਉ। हे ਪਰਮੇਸ਼ਰ, ਹੁਣ ਮੈਂ ਹੋਰ ਕਿਸੇ ਨੂੰ ਵੀ ਆਪਣੀ ਨਿਗਾਹ ਦੇ ਵਿੱਚ ਨਹੀਂ ਲਿਆਉਂਦਾ। ਮਾਨ ਮਹਤ ਪ੍ਰਭ ਤੇਰਾ। ਕਿਉਂਕਿ हे ਪਰਮੇਸ਼ਰ, ਮੈਨੂੰ ਤੇਰਾ ਹੀ ਲੋਕ ਪਰਲੋਕ ਦੇ ਵਿੱਚ ਸਤਿਕਾਰ ਅਤੇ ਸਰੂਪਾਨੰਦ ਦਾ ਮਰਾਤਬਾ ਬਖਸ਼ਿਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅੰਗੀਕਾਰ ਕੀਓ ਪ੍ਰਭ ਆਪਣਾ। ਪਰਮੇਸ਼ਰ ਨੇ ਆਪਣਾ ਸੇਵਕ ਜਾਣ ਕੇ ਮੇਰਾ ਪੱਖ ਕੀਤਾ ਹੈ। ਪਾ ਮੈਨੂੰ ਆਪਣੀ ਸ਼ਰਨ ਵਿੱਚ ਗ੍ਰਹਿਣ ਕਰ ਲਿਆ ਹੈ। ਕਾਢ ਲਿਆ ਬਿਖ ਘੇਰਾ। ਹਰ ਵਿਸ਼ੇ ਰੂਪੀ ਜ਼ਹਿਰ ਦੇ ਘੇਰੇ ਵਿੱਚੋਂ ਮਹਾਰਾਜ ਨੇ ਮੈਨੂੰ ਬਾਹਰ ਕੱਢ ਲਿਆ ਹੈ। ਅੰਮ੍ਰਿਤ ਨਾਮ ਔਖਦ ਮੁਖ ਦੀਨੋ। ਸੋ ਮੇਰੇ ਮੂੰਹ ਦੇ ਵਿੱਚ ਵਿਸ਼ਿਆਂ ਦੀ ਨਿਵਰਤੀ ਵਾਲਾ ਨਾਮ ਅੰਮ੍ਰਿਤ ਰੂਪ ਦਾਰੂ ਪਾ ਦਿੱਤਾ ਹੈ, ਜੋ ਪ੍ਰਤੱਖ ਵਾਹਿਗੁਰੂ 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 ਉਚਾਰਨਾ ਹੈ। ਇਹ ਸਮਝ ਲਓ ਕਿ ਦਵਾਈ ਦਿੱਤੀ ਹੈ। ਜਾਂ ਅੰਤःਕਰਨ ਰੂਪੀ ਮੁਖ ਦੇ ਵਿੱਚ ਔਖਦ ਹਰਿ ਕਾ ਨਾਮ ਹੈ, ਜਿਤ ਰੋਗ ਨਾ ਵਿਆਪੈ। ਵਾਹਿਗੁਰੂ ਨਾਮ ਦਵਾਈ ਦੀ ਤਰ੍ਹਾਂ ਵਸਾ ਦਿੱਤਾ ਹੈ। ਜਾਏ ਪਿਆ ਗੁਰ ਪੈਰੈ। ਇਹ ਬਖਸ਼ਿਸ਼ ਮੈਨੂੰ ਤਾਂ ਹੋਈ ਜਦੋਂ ਮੈਂ ਪੂਰੇ ਗੁਰਾਂ ਦੇ ਚਰਨਾਂ ਦੇ ਵਿੱਚ ਜਾ ਪਿਆ। ਕਵਨ ਉਪਮਾ ਕਹੋ ਏਕ ਮੁਖ। ਹੇ ਪਰਮੇਸ਼ਰ, ਮੇਰਾ ਮੂੰਹ ਤਾਂ ਇੱਕ ਹੈ, ਇੱਕ ਮੂੰਹ ਦੇ ਨਾਲ ਤੇਰੀ ਕਿਹੜੀ ਕਿਹੜੀ ਉਪਮਾ ਮਹਿਮਾ ਮੈਂ ਕਥਨ ਕਰਾਂ, ਕਿਉਂਕਿ ਤੇਰੀ ਮਹਿਮਾ ਬੇਅੰਤ ਹੈ। ਨਿਰਗੁਣ ਕੇ ਦਾਤੇਰਾ। ਇਹ ਪਰਮੇਸ਼ਰ, ਤੁਸੀਂ ਗੁਣਾਂ ਤੋਂ ਹੀਣੇ ਪੁਰਖਾਂ ਦੇ ਦਾਤੇ ਹੋ। ਮੇਰੇ ਗੁਣਾਂ ਤੋਂ ਹੀਣੇ ਦਾਤੇ ਪਰਮੇਸ਼ਰ ਜੀ, ਮੈਂ ਇੱਕ ਮੂੰਹ ਦੇ ਨਾਲ ਕਿਵੇਂ ਤੇਰੇ ਸਾਰੇ ਗੁਣਾਂ ਨੂੰ ਕਹਿ ਸਕਦਾ ਹਾਂ। ਜਿਹਵਾ ਏਕ ਹੋਏ ਲੱਖ ਕੋਟੀ,
ਲੱਖ ਕੋਟੀ ਕੋਟ ਤਿਹਾਵੈ ਗੋ। ਸਹਿਸ ਫਨੀ ਜਪਿਓ ਸੇਖ ਨਾਗੈ, ਹਰ ਜਪਤਿਆਂ ਅੰਤ ਨ ਪਾਵੈ ਗੋ। ਕਾਟ ਸਿਲ ਕੈ ਜੋ ਆਪਨ ਕੀਨੋ। ਇਹ ਪਰਮੇਸ਼ਰ ਜਦੋਂ ਦਾ ਤੂੰ ਮੋਹ ਜਾਂ ਵਾਸ਼ਨਾ ਜਾਂ ਜਮਾਂ ਦੀ ਫਾਹੀ ਕੱਢ ਕੇ ਆਪਣਾ ਸੇਵਕ ਬਣਾ ਲੈਣਾ ਕੀਤਾ ਹੈ। ਨਾਨਕ ਸੁਖ ਕਨੇਰਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਤਦੋਂ ਦੀ ਘਣੇ ਆਤਮਕ ਆਨੰਦ ਰੂਪੀ ਸੁਖ ਦੀ ਪ੍ਰਾਪਤੀ ਹੋ ਗਈ ਹੈ। ਸਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭਾਮਣ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪ੍ਰਭ ਸਿਮਰਤ ਦੁਖ ਬਿਨਾਸੀ। ਪਰਮੇਸ਼ਰ ਦਾ ਸਿਮਰਨ ਕਰਨੀ ਕਰਕੇ ਸਾਰੇ ਜੰਮਣ ਮਰਨ ਆਦਿਕ ਦੇ ਕਸ਼ਟ ਨਾਸ਼ ਹੋ ਗਏ ਨੇ ਜਾਂ ਦੁੱਖਾਂ ਦੀ ਨਿਵਰਤੀ ਹੋ ਗਈ ਹੈ। ਭਇਓ ਕਿਰਪਾਲ ਜੀ ਸੁਖ ਦਾਤਾ। ਜਦ ਜੀਵਾਂ ਦੇ ਤਾਈ ਸੁਖ ਦੇਣ ਵਾਲਾ ਪਰਮੇਸ਼ਰ ਕਿਰਪਾਲੂ ਦਿਆਲੂ ਹੋਇਆ। ਹੋਈ ਸਗਲ ਖਲਾਸੀ। ਤਾਂ ਮਾਇਆ ਦੇ ਮੋਹ ਤੋਂ ਜਾਂ ਮਾਤਾ ਦੇ ਗਰਭ ਤੋਂ ਜਾਂ ਜਾਮ ਆਦਿਕ ਤੋਂ ਇਹਨਾਂ ਸਭ ਬੰਧਨਾਂ ਤੋਂ ਮੁਕਤੀ ਹੋ ਗਈ। ਬੰਦ ਖਲਾਸੀ ਪਾਣੇ ਹੋਏ। ਵਿਸ਼ਿਆਂ ਦੇ ਵੱਲੋਂ ਸਾਡਾ ਛੁਟਕਾਰਾ ਹੋ ਗਿਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅਵਰ ਨਾ ਕੋ ਸੂਝੈ ਪ੍ਰਭ ਬਿਨਾ। ਹੁਣ ਪਰਮੇਸ਼ਰ ਤੋਂ ਬਿਨਾਂ ਮੈਨੂੰ ਕੋਈ ਹੋਰ ਕੇਵਲ ਮੁਕਤੀ ਦੇਣ ਵਾਲਾ ਦਾਤਾ ਨਹੀਂ ਸੁਝਦਾ, ਨਹੀਂ ਦਿਸਦਾ। ਕਹੋ ਕੋ ਕਿਸ ਪਹਿਜਾਸੀ। ਦੱਸੋ ਕੌਣ ਹੈ ਤੇ ਪਰਮੇਸ਼ਰ ਦੀ ਸ਼ਰਨ ਤੋਂ ਬਗੈਰ ਮੈਂ ਕਿਹਦੇ ਕੋਲ ਜਾਣਾ ਹੈ। ਭਾਵ ਮੇਰਾ ਤਾਂ ਕੋਈ ਹੈ ਹੀ ਨਹੀਂ। ਕਿਸੇ ਹੀ ਕੋਈ ਕੋਏ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ ਆਸਰਾ ਹੈ। ਪਰ ਮਾਂਜਨ ਮਾਣੀ ਇੱਕ ਤੋਂ ਮੈਨੂੰ ਤਾਂ ਵਿਚਾਰੀ ਨੂੰ ਇੱਕ ਤੇਰਾ ਹੀ ਆਸਰਾ ਹੈ। ਇਸ ਲਈ ਮੈਂ ਤਾਂ ਪਰਮੇਸ਼ਰ ਦੇ ਸਨਮੁਖ ਇੰਜ ਬੇਨਤੀ ਕਰਦੀ ਹਾਂ ਕਿ ਜੋ ਜਾਣ ਹੋ ਤਿਉ ਰੱਖੋ ਠਾਕੁਰ। ਇਹ ਸੁਆਮੀ ਪਰਮੇਸ਼ਰ ਜਿਵੇਂ ਤੁਸੀਂ ਜਾਣਦੇ ਹੋ ਪਾਪ ਗੁਣਾਂ ਤੋਂ ਹੀਣੇ ਸ਼ਰਧਾ ਤੋਂ ਹੀਣੇ ਹਾਂ, ਤਿਵੇਂ ਸਾਨੂੰ ਮਾੜਿਆਂ ਚੰਗਿਆਂ ਆਪਦੀ ਹੋੜ ਦੇ ਵਿੱਚ ਆਇਆ ਜਾਣ ਕੇ ਰੱਖ ਲੈਣਾ ਕਰੋ ਜੀ। ਜਿਉਂ ਭਾਵੈ ਤਿਉਂ ਰੱਖ ਲੈ। ਹਮ ਸ਼ਰਨ ਪ੍ਰਭ ਆਈ ਰਾਮ ਰਾਜੇ। ਹਮ ਭੂਲ ਵਿਗਾੜ ਦਿਨ ਸੁਰਾਤ ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਖੰਡਿਆ ਹਰ ਪੈਜ ਰਖਾਏ। ਜਿਉਂ ਭਾਵੈ ਤਿਉਂ ਰਾਖ ਹਰ ਪ੍ਰਭ ਤੇਰਿਆ। ਕੀਤੇ ਗਣੁ ਅਸੰਖ ਅਵਗਣ ਮੇਰਿਆ। ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਐ। ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸਾਦੀ ਖੁਲੀਐ। ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨੇਰਹੂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ। ਸਭ ਕਿਛ ਤੁਮ ਹੀ ਪਾਸੀ। ਸਾਰਾ ਕੁਝ ਤੇਰੇ ਹੀ ਕੋਲ ਹੈ। ਭਾਵ ਔਗਣ ਦੀ ਨਿਵਰਤੀ ਕਰਨ ਵਾਲੇ ਗਿਆਨ ਆਦਿ ਗੁਣ ਸਾਰੇ ਤੇਰੇ ਕੋਲ ਹੀ ਹਨ। ਹਾਥ ਦੇ ਰਾਖੇ ਪ੍ਰਭ ਆਪਣੇ। ਜਦ ਇੰਜ ਬੇਨਤੀ ਕੀਤੀ ਤਾਂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਤੇ ਆਪਣੇ ਸੇਵਕ ਬਣਾ ਕੇ ਪਰਮੇਸ਼ਰ ਨੇ ਰੱਖ ਲਿਆ ਹੈ।
ਸਦ ਜੀਵਨ ਅਬਨਾਸੀ। ਇਸ ਲਈ ਹੁਣ ਮੈਂ ਨਾਸ ਤੋਂ ਰਹਿਤ ਤੇ ਸਦਾ ਰਹਿਣ ਵਾਲਾ ਜੀਵਨ ਪਾ ਲਿਆ ਹੈ, ਜਾਂ ਸਦਾ ਰਹਿਣ ਵਾਲਾ ਜੀਵਨ ਪਾ ਕੇ ਅਬਨਾਸੀ ਪਦ ਨੂੰ ਪਾ ਲਿਆ ਹੈ। ਕਹੁ ਨਾਨਕ ਮਨ ਆਨੰਦ ਪਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਮੇਰੇ ਮਨ ਮੇਰੇ ਚਿੱਤ ਵਿੱਚ ਗੁਰੂ ਉਪਦੇਸ਼ ਦੁਆਰਾ ਸਵੈ ਸਰੂਪ ਦਾ ਆਨੰਦ ਪ੍ਰਗਟ ਹੋਇਆ ਹੈ। ਕਾਟੀ ਜਮ ਕੀ ਫਾਂਸੀ। ਪਰ ਗੁਰਾਂ ਨੇ ਮੇਰੀ ਜਮਾਂ ਦੀ ਫਾਹੀ ਕੱਟ ਦਿੱਤੀ ਹੈ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਮੇਰੋ ਮਨ ਹੇ ਪਰਮੇਸ਼ਰ, ਜੋ ਮੇਰਾ ਮਨ ਮੇਰਾ ਚਿੱਤ ਜਦ ਕਤ ਤੁਝ ਹੈ ਸਮਾਰੈ। ਇਹ ਤਾਂ ਜਿੱਥੇ ਕਿਤੇ ਵੀ ਭਾਵ ਹਰੇਕ ਜਗ੍ਹਾ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ। ਹਮ ਬਾਰਕ ਦੀਨ। ਹੇ ਪਰਮੇਸ਼ਰ, ਅਸੀਂ ਤੇਰੇ ਗਰੀਬ ਬੱਚੇ ਹਾਂ। ਪਿਤਾ ਪ੍ਰਭ ਮੇਰੇ। ਤੇ ਤੁਸੀਂ ਮੇਰੇ ਭਾਵ ਸਾਡੇ ਸਮਰੱਥ ਪਿਤਾ ਹੋ। ਜੋ ਜਨ ਹੈ ਤੋ ਭਾਰੈ। ਜਿਵੇਂ ਜਾਣੋ ਤਿਵੇਂ ਸਾਡੇ ਤਾਈਂ ਪਾਲਣਾ ਕਰੋ ਜੀ। ਪਾਲਣ ਦਾ ਮਤਲਬ ਇਹ ਨਹੀਂ ਵੀ ਦੁੱਧ ਪਿਆਓ ਜਾਂ ਪ੍ਰਸ਼ਾਦੇ ਪਰੌਂਠੇ ਛਕਾਓ। ਜੇ ਗੁਰਦੁਆਰੇ ਆ ਕੇ ਵੀ ਦੁੱਧ ਪਰੌਂਠਿਆਂ ਦੀ ਇੱਛਾ ਨਹੀਂ ਗਈ ਤਾਂ ਫਿਰ ਮੇਰੇ ਹਿਸਾਬ ਨਾਲ ਤਾਂ ਇੱਥੇ ਆਉਣ ਦਾ ਕੋਈ ਲਾਭ ਨਹੀਂ ਹੈ। ਉਹਦਾ ਘਰ 'ਚ ਹੀ ਮਹਾਰਾਜ ਨੇ ਸਭ ਕੁਝ ਦਿੱਤਾ ਹੋਇਆ, ਪਰ ਜੋ ਇੱਥੇ ਕਥਾ ਜਾਂ ਕੀਰਤਨ ਇੱਥੇ ਹੈ ਉਹ ਘਰ ਵਿੱਚ ਨਹੀਂ ਹੈ। ਤੇ ਇਸ ਵਾਸਤੇ ਇਹੀ ਹੈ ਵਿਸ਼ੇਸ਼ ਤੌਰ 'ਤੇ ਜਿਹੜਾ ਭੋਜਨ ਹੈ। ਪਾਲਣ ਦਾ ਮਤਲਬ ਆਤਮਾ ਰੂਹ ਦੀ ਖੁਰਾਕ। ਖਾ ਖਾ ਕੇ ਤਾਂ ਢਿੱਡ ਵਧੇ ਪਏ ਨੇ। ਹੁਣ ਤਾਂ ਇਹੀ ਅਰਦਾਸ ਕਰੀ ਦੀ ਵੀ ਮਹਾਰਾਜ ਵੀ ਇਹਨੂੰ ਹੁਣ ਤੂੰ ਥੋੜ੍ਹਾ ਜਿਹਾ ਠਾਂ ਕਰ ਦੇ। ਪਾਲਣ ਦਾ ਭਾਵ ਤਾਂ ਸ਼ੁਭ ਗੁਣਾਂ ਦੇ ਤਾਈਂ ਦੇ ਕੇ ਪਾਲਣ ਦਾ ਮਤਲਬ ਹੈ। ਇਸ ਲਈ ਮਹਾਰਾਜ ਨੇ ਲਿਖਿਆ ਹੈ, ਥਾਲ ਵਿੱਚ 3 ਵਸਤੂ ਪਈਓ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਹੈ, ਇਹਦੇ ਵਿੱਚ 3 ਵਸਤੂਆਂ ਨੇ, ਸਤ, ਸੰਤੋਖ, ਵਿਚਾਰੋ। ਅੱਜ ਤੱਕ ਝੂਠ ਹੀ ਨਹੀਂ ਛੱਡਿਆ ਆਪਾਂ। ਜਿੱਥੇ ਮਤਲਬ ਹੈ ਚਲ ਉੱਥੇ ਤਾਂ ਬੜਾ ਬੰਦਾ ਸੋਚੇ ਵੀ ਇਹਦਾ ਮਤਲਬ ਹੈ ਬੇਵਜ੍ਹਾ ਹੀ। ਮੇਰੇ ਵਰਗਿਆਂ ਦਾ ਸੁਭਾਅ ਹੈ, ਆ ਜੈਕਟ ਕਿੰਨੇ ਦੀ ਲਿਆਂਦੀ? 800 ਦੀ ਲਿਆਂਦੀ, 200 ਦੀ। ਦੱਸੋ ਕੀ ਫਾਇਦਾ ਹੋਇਆ? ਝੂਠ ਬੋਲਣ ਦਾ ਕੋਈ ਮਤਲਬ ਨਿਕਲਿਆ? ਬਿਲਕੁਲ ਗਲਤ ਗੱਲ ਹੈ। ਨਾ ਤਾਂ ਕਿਸੇ ਕੋਲ ਆਪਾਂ ਮੰਗਣੇ, ਨਾ ਕਿਸੇ ਨੇ ਦੇ ਦੇਣੇ, ਤੇ ਨਾ ਕੋਈ ਆਪਾਂ ਵਪਾਰ ਕਰਨਾ, ਵਿੱਚੋਂ ਕੋਈ ਪ੍ਰੋਫਿਟ ਖੱਟਣਾ। ਫਿਰ ਫਜ਼ੂਲ ਦਾ ਝੂਠ ਨਿੱਕੀ ਨਿੱਕੀ ਗੱਲ 'ਤੇ ਅੱਜ ਤੱਕ ਝੂਠ ਨਹੀਂ ਛੱਡਿਆ। ਤੇ ਸੰਤੋਖ ਨਾਲ ਲਾਲਚ ਛੱਡਿਆ ਹੈ। ਜੋੜਨ ਦਾ, ਖਾਣ ਦਾ, ਪੀਣ ਦਾ ਇਹ ਗੁਣ ਨਹੀਂ ਆਏ ਹਨ। ਤੇ ਨਾ ਹੀ ਗੁਰਮਤਿ ਦੀ ਵਿਚਾਰ ਅੰਦਰ ਵਸ ਪਈ ਹੈ। ਨਿੰਦਿਆ, ਚੁਗਲੀ, ਈਰਖਾ, ਦਵੈਸ਼, ਇਹੀ ਗੱਲਾਂ ਸਾਡੇ ਮਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਹਨ। ਤੇ ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਹੈ, ਇਹਦੇ ਵਿੱਚ ਸੱਤ ਪਿਆ ਹੈ, ਜੋ ਅੱਜ ਤੱਕ ਆਪਾਂ ਨੇ ਗ੍ਰਹਿਣ ਨਹੀਂ ਕੀਤਾ। ਇਹਦਾ ਭੋਜਨ ਹੀ ਨਹੀਂ ਖਾਧਾ ਸੱਤ ਦਾ। ਸੱਤ ਕੀ ਹੈ? ਪ੍ਰਭੂ ਦਾ ਨਾਮ। ਨਾਮ ਤੋਂ ਬਗੈਰ ਜੋ ਵੀ ਆਪਾਂ ਗੱਲਾਂ ਕਰਦੇ ਹਾਂ ਇਹ ਸਭ ਝੂਠ ਨੇ। ਗਾਲੀ ਹਲ ਪੁਲਾਲੀ ਆ, ਕੰਮ ਨਾ ਆਵੇ ਮਿੱਤ। ਇਹ ਫਜ਼ੂਲ ਅਵਲ ਡਬਲੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ। ਇੰਗੜੀਆਂ ਪਿਗੜੀਆਂ ਤੇ ਰਿੰਗੜੀਆਂ, ਮਾਫ ਕਰਨਾ। ਬਚਪਨ ਤੋਂ ਲੈ ਕੇ ਹੁਣ ਤੱਕ ਕਿਸੇ ਕੋਲ ਵੀ ਬੈਠ ਜਾਓ, ਮਤਲਬ ਸਾਨੂੰ ਕਿਸੇ ਨਾਲ ਕੀ ਮਤਲਬ? ਕਿਸੇ ਦੀ ਮਾਂ, ਕੋਈ ਭੈਣ ਜਾਂ ਕੋਈ ਭਰਾ ਹੈ, ਮੈਂ ਫਲਾਣੀ ਜਗ੍ਹਾ ਗਿਆ, ਉਹਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਅਤੇ ਫਲਾਣੀ ਉਮਰ ਦੇ ਵਿੱਚ ਅਸੀਂ ਇਸ ਤਰ੍ਹਾਂ ਕਰਦੇ ਸੀ, ਉਸ ਤਰ੍ਹਾਂ ਕਰਦੇ ਸੀ, ਅਸੀਂ ਇੰਨੀਆਂ ਬੈਠਕਾਂ ਮਾਰ ਦਿੰਦੇ, ਅਸੀਂ ਆਹ ਕੀਤਾ। ਫਜ਼ੂਲ ਦੀਆਂ ਗੱਲਾਂ ਜਿਹਦਾ ਮਤਲਬ ਹੀ ਕੋਈ ਨਹੀਂ। ਪ੍ਰਭੂ ਦੇ ਘਰ ਪ੍ਰਭੂ ਦੇ ਨਾਮ ਦੀ ਗੱਲ ਹੋਣੀ ਚਾਹੀਦੀ ਹੈ। ਸੋ ਮਹਾਰਾਜ ਦੇ ਨਾਮ ਤੋਂ ਬਗੈਰ ਸਭ ਝੂਠ ਹੈ। ਝੂਠੇ ਕੀਰੇ ਝੂਠ ਪ੍ਰੀਤ। ਇਸ ਲਈ ਝੂਠੇ ਦੀ ਝੂਠੀ 'ਚ ਪ੍ਰੀਤੀ ਹੈ।
ਮਹਾਰਾਜ ਕਹਿੰਦੇ ਗਾਲੀਅਲ ਪਲਾਲੀਆ ਕੰਮ ਨਾ ਆਵੇ ਮੇਤੇ ਮੇਰੇ ਮਿੱਤਰਾ, ਅਵਲ ਟਵਲੀਆਂ ਗੱਲਾਂ ਕਿਸੇ ਕੰਮ ਦੀਆਂ ਨਹੀਂ ਹਨ। ਸੋ ਸੱਤ ਕੀ ਹੈ? ਪ੍ਰਭੂ ਦਾ ਨਾਮ, ਮਹਾਰਾਜ ਦਾ ਨਾਮ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਹੈ, ਜੋ ਸਤ ਸੰਗਤ ਕੇ ਪਰੋਸਿਆ ਹੋਇਆ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पयो, जिसका सब आधारो, जे को खावे। ये गुणा रूपी भोजन है, ਜਿਹੜਾ ਕੋਈ ਖਾਂਦਾ ਹੈ ਉਹ ਮੋਟਾ ਹੁੰਦਾ, ਮਤਲਬ ਆਤਮਾ ਬਲਵਾਨ ਹੁੰਦੀ ਹੈ। ਆਤਮਾ ਦੀ ਖੁਰਾਕ ਮਹਾਰਾਜ ਦੀ ਬਾਣੀ, ਮਹਾਰਾਜ ਦਾ ਨਾਮ ਹੈ ਰੂਹ ਦੀ ਖੁਰਾਕ, ਇਹ ਆਤਮਾ ਬਲਵਾਨ ਹੁੰਦੀ ਹੈ। ਨਾਮ ਦਾ ਗੁਣਾਂ ਦਾ ਭੋਜਨ ਛਕਣ ਤੋਂ ਸੰਗਤ ਦੇ ਵਿੱਚ ਸਤਿਗੁਰੂ ਜੀ ਭਲਵਾਨ ਬਣਾਉਂਦੇ ਨੇ, ਕਸਰਤ ਕਰਾ ਕਰਾ ਕੇ, ਖਵਾ ਖਵਾ ਕੇ। ਨਾਮ ਦਾ ਭੋਜਨ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲੋਚਦ ਮਲੜਾ, ਸਭ ਹੋਈ ਛਿੰਝ ਇਕੱਠੀ ਹੈ, ਦਈਓ ਬੈਠਾ ਵੇਖੈ ਆਪ ਜੀਓ। ਬਾਤ ਵਜਨ ਟਮਕ ਭੇਰੀਆਂ, ਮਲ ਤੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾ ਭੇਜ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਇਹ ਮਹਾਰਾਜ ਨੇ ਸਾਡੀ ਕੰਡ 'ਤੇ, ਸਾਡੀ ਪਿੱਠ 'ਤੇ ਥਾ ਭੇਜ ਦਿੱਤੀ ਹੈ ਵੀ ਤਗੜਾ ਹੋ ਜਾ ਭਾਈ, ਤੂੰ ਭਲਵਾਨ ਹੈ ਗੁਰਦੁਆਰੇ ਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਭਲਵਾਨਾਂ ਨਾਲ ਤੇਰਾ ਅਖਾੜਾ ਲੱਗਾ ਹੋਇਆ ਜੰਗ ਹੈ, ਤੂੰ ਇਹਦੇ ਤੋਂ ਜਿੱਤ ਪ੍ਰਾਪਤ ਕਰਨੀ ਹੈ। ਮਹਾਰਾਜ ਸਤ ਸੰਤੋਖ ਗੁਰਮਤਿ ਵਿਚਾਰ ਨੂੰ ਛਕਾ ਕੇ ਸਿੱਖ ਨੂੰ ਬਲਵਾਨ ਬਣਾਉਂਦੇ ਹਨ, ਵਿਕਾਰਾਂ ਦੇ ਨਾਲ ਲੜਾਈ ਕਰਨ ਦੇ ਕਰਕੇ ਤੇ ਉਹ ਜਿੱਤ ਪ੍ਰਾਪਤ ਕਰਦਾ। ਇਉਂ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਬੱਚੇ ਹਾਂ, ਗਰੀਬ ਹਾਂ, ਅਤੇ ਤੂੰ ਸਾਡਾ ਪਿਤਾ ਹੈ, ਸਰਬ ਕਲਾ ਸਮਰੱਥ ਹੈ। ਜਿਵੇਂ ਤੂੰ ਸਾਨੂੰ ਜਾਣਦਾ ਹੈ, ਮਾੜੇ ਆ ਚੰਗੇ ਆ, ਸਾਡੀ ਮਹਾਰਾਜ ਗੁਣਾਂ ਦੇ ਨਾਲ, ਨਾਮ ਦੇ ਨਾਲ ਪਾਲਣਾ ਕਰੋ ਜੀ। ਉਹਦਾ ਸਰੀਰ ਸਾਡਾ ਚੰਗਾ ਭਲਾ ਵੇਖਣ ਨੂੰ, ਬਾਣਾ ਬੂਣਾ ਸੋਹਣਾ ਪਾਇਆ, ਦਸਤਾਰਾਂ ਸੋਹਣੀਆਂ ਸਜਾਈਆਂ ਹੋਈਆਂ, ਪਰ ਅੰਦਰ ਸਾਡੇ ਗੁਣ ਨਹੀਂ ਹਨ। ਕਿਰਪਾ ਕਰ ਸੱਚੇ ਪਾਤਸ਼ਾਹ ਜੀਓ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁਟੀ। ਨਿਫਲ ਭਈ ਸਭ ਸੇਵਾ ਵੀ ਕਰਦੇ ਆ, ਪਰ ਔਗਣਾਂ ਦਾ ਤਿਆਗ ਨਹੀਂ ਹੈ। ਮਾੜੀਆਂ ਚੰਗੀਆਂ ਹੈ ਤਾਂ ਤੇਰੇ ਦਰ 'ਤੇ ਸਵਾਲੀ ਸਿੱਖ ਖੜੇ ਹਾਂ, ਸਾਡੀ ਹੱਥ ਜੋੜ ਕੇ ਬੇਨਤੀ ਹੈ, ਸਾਡੀ ਵੀ ਪਾਲਣਾ ਕਰੋ ਜੀ। ਗੁਣਾਂ ਦੇ ਨਾਲ ਸਾਨੂੰ ਵੀ ਤਗੜਾ ਕਰੋ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਨੇ ਸਿੰਘਾਂ ਨੂੰ ਭੁੱਖੇ ਮਾਰਤਾ, ਰੋਟੀ ਨਹੀਂ ਦਿੱਤੀ, ਦੁੱਧ ਨਹੀਂ ਦਿੱਤਾ, ਪਾਣੀ ਤੱਕ ਨਹੀਂ ਦਿੱਤਾ। ਛਿੱਲਾ ਵਿਚਾਰੇ ਉਬਾਲ ਬਾਲ ਕੇ ਉਹ ਦਰਖਤ ਵੀ ਖਾਲੀ ਕਰ ਸੁੱਟੇ, ਪਰ ਉਹ ਇੰਨੇ ਜ਼ੋਰ ਵਾਲੇ ਸੀਗੇ, ਇੰਨੇ ਬਲ ਵਾਲੇ ਸੀ ਵੀ ਉਹਨਾਂ ਤੁਰਕਾਂ ਦੀਆਂ ਗੋਡੀਆਂ ਲਵਾਤੀਆਂ, ਨਾਸਾਂ 'ਚੋਂ ਧੂੰਆਂ ਕੱਢ ਕੇ ਰੱਖਤਾ, ਕੰਨਾਂ ਨੂੰ ਹੱਥ ਲਾ ਕੇ ਨੱਕ ਨਾਲ ਲਕੀਰਾਂ ਕਢਾਤੀਆਂ। ਉਹ ਰੰਗਜੇਬ ਬੜਾ ਤੜਫਿਆ ਜਦ ਮਹਾਰਾਜ ਦੀਆਂ ਲਾਹਣਤਾਂ ਸੁਣੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਔਰ ਉਹਨਾਂ ਦੇ ਨਾਲ ਜਿਹੜੇ 40 ਮੁਕਤੇ 8 ਮਹੀਨਿਆਂ ਦੇ ਭੁੱਖੇ ਸੀਗੇ, ਇਹਨੇ ਵੀ ਖੁਰਾਕਾਂ ਖਵਾ ਖਵਾ ਭਲਵਾਨ ਬਣਾਇਆ ਹੋਇਆ। ਬਾਣੀ ਦੇ ਨਾਮ ਦਾ ਗੁਣਾਂ ਦਾ ਬਲ ਦਿੱਤਾ ਅਤੇ ਉਹਨਾਂ ਮੁਸਲਿਆਂ ਨੂੰ ਅੱਗੇ ਲਾ ਦਿੱਤਾ। ਇੱਕ ਇੱਕ ਮੁਸਲਾ ਉਹ 10-12 ਲੱਖ ਦੀ ਫੌਜ ਸੀਗੀ ਜਿਹੜੀ ਤਾਜ਼ਾ ਦਮ, ਅਤੇ 9 ਲੱਖ ਜਿਹੜੀ ਬਹੀ ਤਬਈ ਅਨੰਦਪੁਰ ਦੇ ਘੇਰੇ ਵਾਲੀ ਆਈ। ਇੱਕ ਇੱਕ ਮੁੱਠ ਮਿੱਟੀ ਦੀ ਕਹਿੰਦੇ ਉੱਥੇ ਗੱਡੀ 'ਤੇ ਸੁੱਟਦੇ ਅਤੇ ਗੱਡੀ ਨੂੰ ਮਿੱਟੀ ਹੇਠ ਦੱਬ ਸਕਦੀ ਸੀ, ਪਰ ਮਹਾਰਾਜ ਦਾ ਭੈ ਡਰ ਹੀ ਇੰਨਾ ਸੀਗਾ, ਭੁੱਖੇ ਸ਼ੇਰ ਵੱਲ ਕੋਈ ਵੇਖ ਨਹੀਂ ਸਕਦਾ। ਤੋ ਇਸ ਲਈ ਕੈੜੀ ਨਿਗਾਹ ਵੱਲ ਵੀ ਉਹ ਨਹੀਂ, ਕੈੜੀ ਨਿਗਾਹ ਨਾਲ ਵੀ ਨਹੀਂ ਉਹ ਵੇਖ ਸਕੇ, ਲਾਗੇ ਤਾਂ ਕੀ ਜਾਣਾ। ਮਹਾਰਾਜ ਦਾ ਇੰਨਾ ਖੌਫ ਸੀਗਾ, ਜਿਹੜਾ ਕੋਈ ਲਾਗੇ ਆਇਆ ਤੀਰ ਦੀ ਭੇਟਾ ਚੜ੍ਹਾ ਦਿੱਤਾ। ਇਉਂ ਗੁਰੂ ਸਾਹਿਬ ਨੇ ਜ਼ਫਰਨਾਮੇ ਵਿੱਚ ਵੀ ਲਿਖਿਆ ਹੈ, ਕਹਿਣ ਲੱਗੇ, ਹੇ ਔਰੰਗਜ਼ੇਬ, ਜਿਹੜਾ ਤੇਰਾ 10 ਲੱਖ ਫੌਜ ਦਾ ਜਰਨੈਲ ਸੀਗਾ ਉਹ ਮੇਰੇ ਪਾਸ ਨਹੀਂ ਆਇਆ। ਹਾਂ, ਜਿਹੜਾ ਖਵਾਜਾ ਮਰਦੂਦ, ਇਹਨੇ ਥੋੜ੍ਹਾ ਜਿਹਾ ਲਾਗੇ ਆਉਣ ਦਾ ਹੀਆ ਕੀਤਾ ਅਤੇ ਮੈਨੂੰ ਇੱਕ ਤੀਰ ਬਖਸ਼ ਕੇ ਸਦਾ ਦੀ ਨੀਂਦੇ ਸਵਾ ਦਿੱਤਾ। ਬਾਕੀ ਕੋਈ ਗੱਡੀ ਦੇ ਕੋਲ ਨਹੀਂ ਆਇਆ, ਦੂਰ ਦੂਰ ਤੱਕ ਹੀ
ਟਾਰਾਂ ਮਾਰਦੇ ਸੀਗੇ। ਸਾਹਿਬਜ਼ਾਦਿਆਂ ਨੂੰ ਵੀ ਦੂਰ ਤੋਂ ਹੀ ਨੇਜ਼ਿਆਂ ਦੇ ਨਾਲ, ਤੀਰਾਂ ਤੇ ਬਰਸ਼ੀਆਂ ਨਾਲ ਹੀ ਪਰੋਇਆ, ਗੋਲੀਆਂ ਆਦਿਕ ਚਲਾ ਕੇ ਸ਼ਹੀਦ ਕੀਤਾ। ਲਾਗੇ ਆਉਣ ਦਾ ਹੀਆ ਨਹੀਂ ਕੀਤਾ ਕਿਸੇ ਨੇ। ਜਿਹੜੀ ਭੈਣ ਸ਼ਰਨ ਕੌਰ, ਉਹਨੇ ਵੀ ਜਕਾਰਾ ਛੱਡ ਕੇ ਇਹੋ ਜਿਹੀ ਕਿਰਪਾਨ ਘੁਮਾਈ, ਬਰਸ਼ੀ ਘੁਮਾਈ ਕਿ 10-12 ਤੁਰਕਾਂ ਨੂੰ ਮਿੰਨ ਸੁੱਟਿਆ। ਡਰਦੇ ਮਾਰੇ ਉਹਦੇ ਕੋਲ ਵੀ ਨਹੀਂ ਆਈ। ਉਹਦਾ ਮਤਲਬ ਸੀ ਵੀ ਇਹ ਕੁੜੀ ਜੀ ਹੈ, ਚੁੱਕ ਕੇ ਆਪਾਂ ਇਹਨੂੰ ਲੈ ਜਾਵਾਂਗੇ ਤੰਬੂ 'ਚ। ਉਹਨੇ ਵੇਖਿਆ ਵੀ ਮੁਸਲਿਆਂ ਦੇ ਹੱਥ ਆ ਗਏ, ਫਿਰ ਸਾਡਾ ਧਰਮ ਕੀ ਆ। ਉਹਨੇ ਮੁਸਲਮਾਨਾਂ ਦਾ ਹੱਥ ਨਹੀਂ ਲੱਗਣ ਦਿੱਤਾ। ਇੰਨੀ ਉਹ ਚੜ੍ਹਦੀ ਕਲਾ ਵਾਲੀ ਬੀਬੀ ਸੀਗੀ। ਕਹਿੰਦੇ ਲਾਗੇ ਆਓ, ਮੈਂ ਤੁਹਾਨੂੰ ਦੱਸਦੀ। ਜਿੰਨਾ ਚਿਰ ਜਿਉਂਦੀ ਰਹੀ, ਜਦੋਂ ਫੱਟੜ ਹੋ ਕੇ ਡਿੱਗ ਪਈ ਫਿਰ ਵੀ ਉਹ ਭਬਕਾ ਮਾਰਦੀ ਰਹੀ। ਕਹਿੰਦੀ ਖਬਰਦਾਰ ਜੇ ਮੇਰੇ ਕੋਲ ਲਾਗੇ ਆ। ਉਹਨਾਂ ਨੇਜਿਆਂ ਦੇ ਨਾਲ, ਬਰਸ਼ਿਆਂ ਨਾਲ ਹੀ ਚੁੱਕ ਕੇ ਉਹਨੂੰ ਅੱਗ 'ਚ ਸੁੱਟਿਆ ਸੀਗਾ। ਇੰਨਾ ਖੌਫ ਸੀਗਾ। ਤੋ ਇਸ ਵਾਸਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਕਰਾਮਾਤ ਹੈ ਵੀ ਵੇਖੋ 8-8 ਮਹੀਨਿਆਂ ਦੇ ਭੁੱਖੇ ਸਿੰਘ ਕਿੰਨਾ ਜੂਝ ਕੇ ਸ਼ਹੀਦੀਆਂ ਪਾ ਕੇ, ਸੋ ਕਿੰਨਾ ਬਹਾਦਰੀ ਨਾਲ ਉਹਨਾਂ ਜੰਗ ਲੜਿਆ। ਇਸ ਤਰ੍ਹਾਂ ਦੀ ਪਾਲਣਾ ਗੁਰੂ ਘਰ ਦੀ ਹੈ। ਜਬ ਭੂਖਾ ਤਬ ਭੋਜਨ ਮੰਗੈ। ਜਦੋਂ ਬੱਚਾ ਭੁੱਖਾ ਹੁੰਦਾ ਹੈ ਤਾਂ ਆਪਣੇ ਮਾਂ ਪਿਓ ਦੇ ਪਾਸੋਂ ਭੋਜਨ ਮੰਗਦਾ ਹੈ। ਸਿੰਘਾਂ ਨੇ ਆਖਿਆ ਸੀ ਮਹਾਰਾਜ ਵੀ ਭੁੱਖੇ ਰਹਿਣਾ ਔਖਾ ਹੈ, ਜਾਂ ਤਾਂ ਛੱਡ ਦਿਓ ਤੇ ਅਸੀਂ ਮਰ ਜਾਈਏ, ਮਰਨਾ ਚੰਗਾ। ਕਹਿੰਦੇ ਬੁੱਲਿਆ ਜਿਹੜੀ ਭੁੱਖ ਹੈ ਇਹਦੇ ਤੋਂ ਮੌਤੋਂ ਭੁੱਖ ਬੁਰੀ, ਮੌਤੋਂ ਦਾ ਭੁੱਖ ਵੀ ਬੁਰੀ ਹੈ। ਅਤੇ ਭੁੱਖੇ ਰਹਿਣ ਦੀ ਬਜਾਏ, ਭੁੱਖੇ ਰਹਿ ਕੇ ਮਰਨ ਦੀ ਬਜਾਏ ਜੂਝ ਕੇ ਮਰਨਾ ਚੰਗਾ। ਮਾਰੇ ਕਹਿੰਦੇ ਮੇਰੇ ਵੀਰ 1 ਹਫ਼ਤਾ ਰਹਿ ਜਾਓ। ਹਫ਼ਤੇ ਤੱਕ ਆ ਗਏ ਸੀਗੇ, 7 ਦਿਨ। ਸਿੰਘ 7 ਦਿਨ ਵੀ ਨਹੀਂ ਮੰਨੇ। ਮਹਾਰਾਜ ਕਹਿੰਦੇ ਚਲੋ ਭਾਈ ਫਿਰ ਤੁਹਾਡੀ ਖੁਸ਼ੀ ਹੈ, ਮੈਂ ਵੀ ਹੁਣ ਤੁਹਾਡੇ ਨਾਲ ਹੀ ਚੱਲਦਾ। ਜੋ ਰੱਬ ਨੇ ਲਿਖਿਆ, ਜੋ ਕੁਦਰਤ ਨੇ ਸੋਚਿਆ ਹੈ ਉਹੀ ਹੋ ਕੇ ਰਹਿਣਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਮੈਂ ਬਦਲਣਾ ਚਾਹੁੰਦਾ ਸੀਗਾ, ਜੇ 7 ਦਿਨ ਭੁੱਖੇ ਰਹਿ ਜਾਂਦੇ ਉਸੇ ਵਕਤ ਹੀ ਰਾਜ ਦੇ ਦੇਣਾ ਸੀਗਾ। 7 ਦਿਨਾਂ ਦਾ ਬਚਨ ਨਹੀਂ ਮੰਨਿਆ ਅਤੇ ਅੱਜ ਤੱਕ ਵੇਖੋ ਤਰਲੇ ਮਾਰ ਰਹੇ ਨੇ। ਸੱਚੇ ਪਾਤਸ਼ਾਹ ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਮਾਤਾ ਪਿਤਾ ਦੀ ਤਰ੍ਹਾਂ ਹੋ। ਬੱਚਾ ਭੁੱਖਾ ਹੁੰਦਾ, ਭੋਜਨ ਮੰਗਦਾ। ਅਗਾਏ ਸੁਖ ਸੰਘਾਰੈ। ਜਦ ਬੱਚਾ ਰੱਜ ਜਾਂਦਾ ਤਦ ਬਹੁਤ ਸਾਰਾ ਸੁੱਖ ਮਹਿਸੂਸ ਕਰਦਾ। ਇਸੇ ਪ੍ਰਕਾਰ ਜਦੋਂ ਸਾਨੂੰ ਅਧਿਕਾਰੀ ਜਨਾਂ ਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗਦੀ ਹੈ, ਤਦੋਂ ਅਸੀਂ ਮਾਤਾ ਪਿਤਾ ਦੀ ਤਰ੍ਹਾਂ ਤੇਰੇ ਪਾਸੋਂ ਨਾਮ ਅੰਮ੍ਰਿਤ ਰੂਪ ਭੋਜਨ ਮੰਗਦੇ ਹਾਂ। ਜਦ ਸਿਮਰਨ ਭਜਨ ਕਰਕੇ ਆਤਮਾ ਆਨੰਦ ਦੇ ਸਹਿਤ ਹੋ ਕੇ ਰੱਜ ਜਾਈਦਾ, ਤਦ ਸਮੂਹ ਸੁੱਖਾਂ ਦੇ ਸਹਿਤ ਹੋ ਜਾਈਦਾ। ਜਾਂ ਆਤਮਿਕ ਆਨੰਦ ਨਾਲ ਤ੍ਰਿਪਤੀ ਕਰਾ ਕੇ ਸੁੱਖ ਦੇ ਸਹਿਤ ਕਰਦੇ ਹੋ ਅਤੇ ਜੰਮਣ ਮਰਨ ਦੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਹੋ। ਆ ਜੂਨ 84 'ਚ ਜਿਨ੍ਹਾਂ ਸਿੰਘਾਂ ਨੇ 78 ਘੰਟੇ ਸਾਡੀ ਇੰਡੀਆ ਆਰਮੀ ਜਿਹੜੀ ਵਰਲਡ ਲੈਵਲ 'ਤੇ ਪਤਾ ਨਹੀਂ ਦੂਜੀ ਜਾਂ ਤੀਜੇ ਨੰਬਰ 'ਤੇ ਮੰਨੀ ਹੈ, 78 ਘੰਟੇ ਉਹਨੂੰ ਮੁਕਾਬਲਾ ਦਿੱਤਾ। ਐਸੀ ਜ਼ਬਰਦਸਤ ਟੱਕਰ ਦਿੱਤੀ ਵੀ ਰਹਿੰਦੀ ਦੁਨੀਆ ਤੱਕ ਉਹ ਲੋਕ ਯਾਦ ਕਰਨਗੇ। ਮਰਨਾ ਤਾਂ ਸਾਰਿਆਂ ਨੇ ਹੈ ਅਤੇ ਉਹ ਦਿਨ ਇੱਕੋ ਹੀ ਹੈ ਮਰਨ ਵਾਲਾ। ਸ਼ਹੀਦੀਆਂ ਤਾਂ ਉਹ ਪਾ ਗਏ ਅਤੇ ਪਰ ਉਹ ਚੜ੍ਹਦੀ ਕਲਾ 'ਚ ਰਹੇ, ਛੋਲੇ ਖਾ ਕੇ ਪਾਣੀ ਪੀ ਕੇ ਗੁਜ਼ਾਰਾ ਕੀਤਾ। ਅਤੇ ਪਹਿਲਾਂ ਵੀ ਮੂੰਗੀ ਦੀ ਦਾਲ ਅਤੇ ਲੰਗਰ ਦੇ ਪ੍ਰਸ਼ਾਦੇ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਦੇ ਹੁੰਦੇ ਨੇ, ਉਹੀ ਕੁਛ ਛਕਦੇ ਸੀਗੇ। ਅਤੇ ਇਸ ਵਾਸਤੇ ਇਹ ਕੋਈ ਜ਼ਰੂਰੀ ਨਹੀਂ ਵੀ ਕੋਈ ਪੰਜੀਰੀ ਜਾਂ ਕੋਈ ਪਿੰਨੀਆਂ ਅਤੇ ਜਾਂ ਕੋਈ ਦੇਸੀ ਘਿਓ ਹੀ ਹੋਵੇ। ਮਹਾਰਾਜ ਦੇ ਨਾਮ 'ਤੇ ਬਾਣੀ ਦਾ ਅਤੇ ਰਹਿਤ ਮਰਯਾਦਾ ਦਾ ਬਲ ਇੱਕ ਬਹੁਤ ਬੜਾ ਹੁੰਦਾ। ਬਾਬੇ ਦੀਪ ਸਿੰਘ ਨੇ ਕੱਚੇ ਬੇਰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ, ਸਰੂਪ ਲਿਖੇ ਅਤੇ 84 ਸਾਲ ਦੀ ਉਮਰ ਦੇ ਵਿੱਚ ਇਹੋ ਜਿਹਾ ਖੰਡਾ ਖੜਕਾਇਆ ਵੀ ਉਹ ਮੁਸਲੇ ਅੱਜ ਤੱਕ ਇੱਧਰ ਮੂੰਹ ਨਹੀਂ ਕਰ ਸਕੇ। ਇਹੋ ਜਿਹੇ ਉਹਨਾਂ ਦੇ ਬੂਥੇ ਭੰਨੇ। ਇਉਂ ਧੰਨ ਬਾਬਾ ਦੀਪ ਸਿੰਘ 'ਚ ਭਗਤੀ ਦਾ ਬਲ ਸੀਗਾ। ਉਹਨਾਂ ਦੀ ਫੋਟੋ 'ਤੇ ਤੁਸੀਂ ਲਿਖਿਆ ਪੜ੍ਹਦੇ ਹੋ, ਇਹ ਨਹੀਂ ਵੀ ਬੱਕਰੇ ਅਤੇ ਮਾਸ ਦੀ ਸ਼ਕਤੀ, ਉਹ 'ਚ ਲਿਖਿਆ ਹੁੰਦਾ ਭਗਤੀ ਮੇਂ ਸ਼ਕਤੀ। ਤੋ ਭਗਤੀ ਇੱਕ ਬਹੁਤ ਬੜਾ ਬਲ ਹੈ। ਤਾਬਿਆਂ ਰੋਗਾ ਜਬ ਤੁਮ ਸੰਗ ਬਸਤਾ। ਪਰਮੇਸ਼ਰ ਜਦੋਂ ਤੱਕ ਤੁਸੀਂ ਸਾਡੇ ਨਾਲ ਵਸਦੇ ਹੋ ਤਦੋਂ ਤੱਕ ਅਗਿਆਨ ਆਦਿਕ ਰੋਗਾਂ ਤੋਂ ਰਹਿਤ ਰਹੀਦਾ ਹੈ।
ਅਰ ਜਦੋਂ ਛੁਟਕਤ ਹੋਏ ਰਵਾਰਾ ਤੇਰੇ ਨਾਮ ਵੱਲੋਂ ਛੁੱਟੜ ਹੋ ਜਾਈਦਾ, ਭਾਵ ਤੇਰਾ ਸਿਮਰਨ ਛੱਡ ਬੈਠੀਦਾ, ਤਦੋਂ ਧੂੜ ਦੇ ਕਿਣਕਿਆਂ ਵਾਂਗ ਸੰਕਲਪਾਂ ਵਿਕਲਪਾਂ ਜਾਂ ਜੂਨਾਂ 'ਚ ਭਰਮਦੇ ਫਿਰਦੇ ਰਹੀਦਾ। ਜਿਵੇਂ ਧੂੜ ਦੇ ਕਿਣਕੇ ਹੁੰਦੇ, ਇਵੇਂ ਬਹੁਤ ਤੁਛ ਜੂਨਾਂ 'ਚ ਭਰਮਦੇ ਰਹੀਦਾ ਹੈ। ਕਵਨ ਬਸੇਰੋ ਦਾਸ ਦਾਸਨ ਕੋ ਇਹ ਪਰਮੇਸ਼ਰ, ਮੈਂ ਤਾਂ ਤੇਰੇ ਦਾਸਾਂ ਸੇਵਕਾਂ ਦਾ ਸੇਵਕ ਹਾਂ ਜੀ। ਥਾਪ ਯਥਾਪਨ ਹਾਰੈ ਇਥੋਂ ਬਗੈਰ ਹੋਰ ਕੌਣ ਹੈ ਬਸਾਉਣ ਵਾਲਾ, ਕਿਉਂਕਿ ਤੂੰ ਹੀ ਜਗਤ ਨੂੰ ਪੈਦਾ ਕਰਕੇ ਪਾਲਣਾ ਕਰਕੇ ਫਿਰ ਆਪ ਹੀ ਨਾਸ਼ ਕਰਨੇ ਵਾਲਾ, ਬ੍ਰਹਮ ਗਿਆਨ 'ਚ ਸਥਿਤ ਕਰਨ ਵਾਲਾ ਤੇ ਆਪ ਹੀ ਅਗਿਆਨ ਦੀ ਪਰਲੋ ਕਰਨ ਵਾਲਾ ਹੈ। ਨਾਨ ਨਾਮ ਨ ਬਿਸਰੈ ਤਬ ਜੀਵਨ ਪਾਈਐ ਇਹ ਪਰਮੇਸ਼ਰ, ਜਾਂ ਤੇਰਾ ਨਾਮ ਅੰਮ੍ਰਿਤ ਨਹੀਂ ਵਿਸਰਦਾ ਤਦ ਅਸਲ ਜੀਵਨ ਮੁਕਤੀ ਦੇ ਆਨੰਦ ਨੂੰ ਪਾ ਲਈਦਾ ਹੈ। ਬਿਨਤੀ ਨਾਨਕ ਇਹ ਸਾਰੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, ਇਸ ਲਈ ਹੇ ਪਰਮੇਸ਼ਰ, ਮੈਂ ਤੇਰੇ ਚਰਨਾਂ 'ਚ ਇਹੀ ਬੇਨਤੀ ਅਰਜ਼ੋਈ ਕਰਦਾ ਕਿ ਮੇਰੀ ਇਸ ਬੇਨਤੀ ਨੂੰ ਸਾਰ ਪ੍ਰਵਾਨ ਕਰੋ ਜੀ, ਕਿ ਤੇਰਾ ਨਾਮ ਅੰਮ੍ਰਿਤ ਸਾਨੂੰ ਕਦੀ ਵੀ ਨਾ ਭੁੱਲੇ। ਸੇਵਾ ਤੇ ਸਿਮਰਨ ਦੋ ਬਖਸ਼ਿਸ਼ਾਂ ਕੀਤੀਆਂ ਨੇ। ਕਾਰ ਸੇਵਾ ਵਾਲੇ ਮਹਾਂਪੁਰਖ ਅੰਮ੍ਰਿਤ ਵੇਲੇ ਸ਼ਾਮ ਨੂੰ ਸਵਾ ਘੰਟਾ ਸੰਗਤ ਕਰੋ, ਸਤਿਨਾਮ ਵਾਹਿਗੁਰੂ ਦਾ ਜਾਪ ਜਪਾਉਂਦੇ, ਦਿਨੇ ਟੋਕਰੀ ਢਵਾਉਂਦੇ ਹਨ, ਜਿਹਦੇ ਨਾਲ ਆਤਮਾ ਬਲਵਾਨ ਬਣਦੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਡੇ 'ਤੇ ਵੀ ਬਖਸ਼ਿਸ਼ ਹੋਵੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਕਵਨ ਬਸੇਰੋ ਦਾਸ ਦਾਸਨ ਕੋ ਤਾਪੇ ਉਥਾਪਨ ਹਾਰੈ ਨਾਮ ਨ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਇਹ ਸਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।